ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਤੇ। रूस ते यूक्रेन जंग का भारत ते असर, महंगाई वधन ते कारोबार प्रभावित होने का खदशा। लुधियाना के डीसी वरिंदर कुमार शर्मा दे वल्लों हैल्पलाइन नंबर जारी। रूस ते यूक्रेन जंग के कारण हालात गंभीर, मुश्किल हालातां चों लंघ रहे ने विद्यार्थियों ने सुनाई हड्डबीती। केंद्र सरकार नूं कीती अपील, कहा भारतीयों नूं सुरक्षित लिआंदा जावे वापस। खन्ना च प्रेमी प्रेमिका अफीम सप्लाई करदे काबू। पुलिस वालों गिरोह के 3 मैंबरां नूं कीता गया गिरफ्तार। झारखंड तो पंजाब अफीम लिया के करदे सी सप्लाई। 4 किलो अफीम भी की गई बरामद। नशा खिलाफ पुलिस की मुहिम जारी। 1 किलो 540 ग्राम हैरोइन समेत मुलजम काबू। पिछले 2-3 सालों तो करदा सी हैरोइन की सप्लाई। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਯੂਕਰੇਨ ਦੇ ਵਿੱਚ ਫਸੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਤੇ ਹੋਰ ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਵੱਲੋਂ ਵੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ। ਸੋ ਦੱਸਦੇ ਕਿ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਹੈਲਪਲਾਈਨ ਨੰਬਰ 8054002351 ਜਾਰੀ ਕੀਤਾ ਗਿਆ, ਜਿਸ ਤੇ ਕਿ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਸੋ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਨਾਲ ਸੰਬੰਧਿਤ ਯੂਕਰੇਨ ਦੇ ਵਿੱਚ ਫਸੇ ਹੋਏ ਵਿਅਕਤੀਆਂ ਦੀ ਸੂਚਨਾ ਇਸ ਦੇ ਲਈ ਇਕੱਤਰਿਤ ਕੀਤੀ ਜਾ ਰਹੀ ਹੈ ਤਾਂ ਜੋ ਇਹ ਸੂਚਨਾ ਮੰਗੇ ਜਾਣ ਤੇ ਰਾਜ ਸਰਕਾਰ ਦੇ ਰਾਹੀਂ ਵਿਦੇਸ਼ ਮੰਤਰਾਲੇ ਨੂੰ ਸਮੇਂ ਸਿਰ ਤੇ ਮੁਹੱਈਆ ਕਰਵਾਈ ਜਾ ਸਕੇ। रूस ते यूक्रेन ਦੇ ਵਿਚਕਾਰ ਚੱਲ ਰਹੀ ਜੰਗ ਦਾ ਭਾਰਤ ਦੇ ਬਾਜ਼ਾਰਾਂ ਤੇ ਵੀ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਵਪਾਰੀ ਯੁੱਧ ਦੇ ਕਾਰਨ ਕਾਫੀ ਹੀ ਪਰੇਸ਼ਾਨ ਨੇ ਤੇ ਹਰ ਤਰ੍ਹਾਂ ਦੇ ਵਪਾਰ ਤੇ ਯੁੱਧ ਦਾ ਅਸਰ ਵੀ ਵੇਖਣ ਨੂੰ ਮਿਲ ਰਿਹਾ। ਚਾਹੇ ਗੱਲ ਕੀਤੀ ਜਾਵੇ ਸਾਈਕਲ ਇੰਡਸਟਰੀ ਦੀ, ਚਾਹੇ ਗੱਲ ਕੀਤੀ ਜਾਵੇ ਸਟੀਲ ਇੰਡਸਟਰੀ ਦੀ ਜਾਂ ਫਿਰ ਰਿਫਾਈਨਡ ਇੰਡਸਟਰੀ ਦੀ। ਇਸ ਦੌਰਾਨ ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਯੁੱਧ ਇਸੇ ਤਰ੍ਹਾਂ ਦੇ ਨਾਲ ਜਾਰੀ ਰਿਹਾ ਤਾਂ ਵਪਾਰੀਆਂ ਦੀ ਕਰੋੜਾਂ ਦੀ ਰਾਸ਼ੀ ਫਸ ਜਾਵੇਗੀ ਤੇ ਜੋ ਸਮਾਨ ਸ਼ਿਪ ਦੇ ਰਾਹੀਂ ਭਾਰਤ ਆਉਂਦਾ ਹੈ ਉਸ ਨੂੰ ਵੀ ਵੱਡਾ ਨੁਕਸਾਨ ਹੋਵੇਗਾ। ਤੇ ਯੂਕਰੇਨ ਦੇ ਵਿੱਚ ਵਧੇ ਤਣਾਅ ਤੋਂ ਬਾਅਦ ਕਿਸ ਤਰ੍ਹਾਂ ਨਾਲ ਇੰਡਸਟਰੀ ਤੇ ਅਸਰ ਪੈ ਰਿਹਾ, ਜਿਸ ਤਰ੍ਹਾਂ ਨਾਲ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਜੰਗ ਹੋ ਰਹੀ ਹੈ ਉਸ ਦੇ ਦੌਰਾਨ ਜਿਹੜੀ ਮਾਰਕੀਟ ਆ, ਸ਼ੇਅਰ ਮਾਰਕੀਟ ਵੀ ਕਾਫੀ ਜਿਹੜੀ ਟੁੱਟੀ। ਕਈ ਭਾਅ ਵਧੇ, ਜਿਸ ਤਰ੍ਹਾਂ ਨਾਲ ਖਾਣ ਵਾਲੇ ਜਿਹੜੇ ਘਿਓ ਨੇ, ਰਿਫਾਈਨਡ ਨੇ, ਉਹਨਾਂ ਦੇ ਭਾਅ ਜਿਹੜੇ ਅਸਮਾਨ ਛੂ ਰਹੇ ਨੇ। ਜਿਸ ਤਰ੍ਹਾਂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮਹਿੰਗਾਈ ਦੀ ਗੱਲ ਕਰ ਰਹੇ ਨੇ। ਪੈਟਰੋਲ ਅਤੇ ਡੀਜ਼ਲ ਦੇ ਰੇਟ ਵੀ ਕਿਤੇ ਨਾ ਕਿਤੇ ਵੱਧ ਸਕਦੇ ਨੇ। ਲੁਧਿਆਣਾ ਇੱਕ ਵੱਡਾ ਇੰਡਸਟਰੀਅਲ ਹੱਬ ਆ। ਪੰਜਾਬ ਦੇ ਵਿੱਚੋਂ ਲੁਧਿਆਣੇ ਨੂੰ ਤੋਂ ਕਾਫੀ ਸਮਾਨ ਇਸ ਤਰ੍ਹਾਂ ਦਾ ਹੈਗਾ ਜਿਹੜਾ ਬਾਹਰ ਵਿਦੇਸ਼ਾਂ ਨੂੰ ਭੇਜਿਆ ਜਾਂਦਾ ਤੇ ਕੁਝ ਮੰਗਾਇਆ ਜਾਂਦਾ। ਸਾਡੇ ਨਾਲ ਜਿਹੜੇ ਇਹ ਉੱਘੇ ਇੰਡਸਟਰੀਅਲਿਸਟ ਬਦੀਸ਼ ਜਿੰਦਲ ਨੇ ਗੱਲ ਕਰਾਂਗੇ ਕਿੰਨਾ ਕੁ ਪੰਜਾਬ ਦੀ ਮਾਰਕੀਟ ਤੇ ਅਸਰ ਹੋਊਗਾ ਤੇ ਖਾਸ ਕਰ ਲੁਧਿਆਣਾ ਦੀ ਮਾਰਕੀਟ ਤੇ ਜਿਹੜੀ ਕਿ ਇੱਕ ਹੌਜ਼ਰੀ ਅਤੇ ਸਾਈਕਲ ਉਦਯੋਗ ਅਤੇ ਹੋਰ ਕਈ ਜਿਹੜੇ ਛੋਟੇ ਪਾਰਟਸ ਨੇ ਉਹਨਾਂ ਲਈ ਬੜੀ ਮਸ਼ਹੂਰ ਆ, ਉਹ ਤਾਂ ਕੀ ਅਸਰ ਰਹਿਣ ਵਾਲਾ ਆਉਣ ਵਾਲੇ ਦਿਨਾਂ ਦੇ, ਕੀ ਕਹਿਣਾ ਚਾਹੁੰਦੇ? ਤਰਸੇਮ ਜੀ, ਗੱਲ ਇੱਦਾਂ ਕਿ ਇਹਦਾ ਇੱਕ ਬਹੁਤ ਬੜਾ ਅਸਰ ਜਿਹੜਾ ਲੁਧਿਆਣਾ ਪੂਰੇ ਪੰਜਾਬ ਦੀ ਇੰਡਸਟਰੀ ਨੂੰ ਹੋਏਗਾ, ਕਿਉਂਕਿ ਜਿਹੜਾ ਸਪੋਰਟਸ ਗੁੱਡਸ ਹੈ ਜਲੰਧਰ ਤੋਂ ਬਹੁਤ ਜਾਂਦੀਆਂ ਸੀ ਉੱਥੇ। ਸਕੈਪ ਫੋਲਡਿੰਗ ਹੈ ਜਲੰਧਰ, ਸਾਡੇ ਕਈ ਦੋਸਤ ਆ ਜਿਨ੍ਹਾਂ ਦੀਆਂ ਪੇਮੈਂਟਾਂ ਕਾਫੀ ਉੱਥੇ ਲੱਗੀਆਂ ਹੋਈਆਂ ਸੀ। ਲੁਧਿਆਣੇ ਦੀ ਹੌਜ਼ਰੀ ਕਿਉਂਕਿ 900 ਕਰੋੜ ਦਾ ਅਸੀਂ ਟੈਕਸਟਾਈਲ ਗਾਰਮੈਂਟ ਤੇ ਹੌਜ਼ਰੀ ਜਿਹੜੀ ਹੈ ਉਹ ਅਸੀਂ ਭੇਜਦੇ ਹਾਂ ਰਸ਼ੀਆ ਨੂੰ, ਔਰ ਯੂਕਰੇਨ ਤੋਂ 13,200 ਕਰੋੜ ਦਾ ਸਾਨੂੰ ਵੈਜੀਟੇਬਲ ਆਇਲ ਵਗੈਰਾ ਆਉਂਦੇ ਆ। ਇਸ ਕਰਕੇ ਓਵਰਆਲ ਜਿਹੜਾ ਇੰਪੈਕਟ ਕਾਫੀ ਹੈ ਔਰ ਇਮੀਡੀਏਟ ਜਿਹੜੇ ਇੰਪੈਕਟ ਹੋਣਗੇ ਕਿ ਪੇਮੈਂਟਾਂ ਜਿਹੜੀਆਂ ਉੱਥੇ ਲੱਗੀਆਂ ਹੋਈਆਂ, ਚਾਹੇ ਉਹ 500 ਕਰੋੜ ਦੀ ਗੱਲ ਕੀਤੀ ਜਾ ਰਹੀ ਹੈ ਅਪਰੋਕਸੀਮੇਟ ਪੰਜਾਬ ਦੀ ਜਿਹੜੀ ਲੁਧਿਆਣੇ ਦੀ ਪੇਮੈਂਟ ਹੈ, ਉਹ ਮੈਨੂੰ ਨਹੀਂ ਲੱਗਦਾ ਕਿ ਉਹ ਰਿਕਵਰ ਹੋ ਪਾਏਗੀ। ਇਸ ਕਰਕੇ ਅਸੀਂ ਸਰਕਾਰ ਨੂੰ ਲਿਖਿਆ ਵੀ ਹੈ, ਗਵਰਨਮੈਂਟ ਆਫ ਇੰਡੀਆ ਨੂੰ, ਕਿ ਜਿੱਥੇ ਤੁਸੀਂ ਬਾਕੀ ਦੇ ਇੰਨੇ ਐਂਡੇਵਰ ਕਰ ਰਹੇ ਹੋ ਤੁਹਾਨੂੰ ਲੋਕਾਂ ਨੂੰ ਕੱਢਣ ਦੇ ਜਾਂ ਬਾਕੀ ਚੀਜ਼ਾਂ ਨੂੰ ਕਰਨ ਦੇ, ਇੱਕ ਇੰਡਸਟਰੀ ਨੂੰ ਵੀ ਜ਼ਰੂਰ ਤੁਸੀਂ ਧਿਆਨ 'ਚ ਰੱਖੋ ਕਿ ਜੋ ਵੀ ਨੁਕਸਾਨ ਇੰਡਸਟਰੀ ਦੇ ਹੋਏ ਨੇ ਇਸ ਐਪੀਸੋਡ ਦੇ ਦੌਰਾਨ, ਚਾਹੇ ਉਹ ਡੈਮੇਜਿਸ ਹੈ ਚਾਹੇ ਡੈਮਰੇਜਿਸ ਹੈ, ਕਿਉਂਕਿ ਕਈ ਜਿਹੜੀਆਂ ਪੈਰੀਸ਼ੇਬਲ ਗੁੱਡਸ ਨੇ ਜਿਹੜੀਆਂ ਜਾਂਦੇ ਜਾਂਦੇ ਹੀ ਖਰਾਬ ਹੋ ਜਾਣੀਆਂ। ਇਸ ਕਰਕੇ ਪੋਜੀਸ਼ਨ ਇਹ ਹੈ ਕਿ ਅਸੀਂ ਸਰਕਾਰ ਨੂੰ ਕਿਹਾ ਕਿ ਇਮੀਡੀਏਟਲੀ ਇੱਕ ਅਨਾਊਂਸਮੈਂਟ ਕਰੋ, ਕਿਉਂਕਿ ਪੈਨਿਕ ਬਹੁਤ ਹੈ। ਜਿਨ੍ਹਾਂ ਲੋਕਾਂ ਨੇ ਉੱਥੇ ਪੇਮੈਂਟਾਂ ਲਾਈਆਂ ਉਹ ਲੇਟ ਵੀ ਹੋਣਗੀਆਂ ਅਤੇ ਕਈ ਮਰਨਗੀਆਂ ਵੀ। ਲੇਟ ਹੋਣ ਦਾ ਕਾਰਨ ਇਹ ਹੈ ਕਿ ਜਿਹੜੀ ਵਰਲਡ ਦੀ ਜਿਹੜੀ ਟ੍ਰਾਂਜੈਕਸ਼ਨ ਹੈ ਉਹ ਡਾਲਰ 'ਚ ਹੁੰਦੀ ਹੈ, ਉਹ ਨਿਊਯਾਰਕ ਵਗੈਰਾ ਦੇ ਬੈਂਕਾਂ ਦੇ ਥਰੂ ਹੁੰਦੀ ਹੈ। ਇਸ ਕਰਕੇ ਉਹਨਾਂ ਨੇ ਜਿਹੜੇ ਰਸ਼ੀਆ ਦੇ ਜਾਂ ਯੂਕਰੇਨ ਦੇ ਬੈਂਕ ਨੇ ਉਹਨਾਂ ਨੂੰ ਡੀਬਾਰ ਕਰ ਦਿੱਤਾ ਹੈ। ਇਸ ਕਰਕੇ ਉਹ ਪੇਮੈਂਟਾਂ ਵੀ ਜਿਹੜੀਆਂ ਕਿਸੇ ਹੱਦ ਤੱਕ ਪਹੁੰਚਣੀਆਂ ਮੁਸ਼ਕਿਲ ਹੈ। ਕੁਛ ਟ੍ਰਾਂਜ਼ਿਟ ਰੂਟ ਸੀ ਬਲੈਕ ਸੀ ਦੇ ਰਸਤੇ ਦੇ ਵਿੱਚੋਂ ਦੀ, ਜਿੱਥੋਂ ਦੀ ਸ਼ਿਪਸ ਜਾਂਦੇ ਸੀ, ਉੱਧਰੋਂ ਦੀ ਮਾਲ ਪੂਰੇ ਵਰਲਡ ਦਾ ਜਿਹੜਾ ਜਾਣ ਵਾਲਾ ਸੀ ਉਹ ਰੁਕ ਗਿਆ। ਕਈ ਸ਼ਿਪ ਕਈ ਜਗ੍ਹਾ 'ਤੇ ਰੁਕ ਗਏ ਨੇ। ਇਸ ਕਰਕੇ ਬਹੁਤ ਬੜਾ
ਜਿਹੜਾ ਓਵਰਆਲ ਹੈ। ਲੇਕਿਨ ਜੇ ਅਸੀਂ ਓਵਰਆਲ ਮੈਕਰੋ ਇਕਨੋਮਿਕਸ ਦੀ ਗੱਲ ਕਰੀਏ ਇੰਡੀਆ ਦੀ, ਤਾਂ ਇੰਡੀਆ ਨੂੰ ਜ਼ਿਆਦਾ ਫਰਕ ਇਸ ਕਰਕੇ ਨਹੀਂ ਪਏਗਾ ਕਿਉਂਕਿ 1.5% ਹੀ ਸਾਡੀ ਜਿਹੜੀ ਟ੍ਰਾਂਜੈਕਸ਼ਨ ਹੈ ਇਹਨਾਂ ਦੋਨਾਂ ਕੰਟਰੀਜ਼ ਦੇ ਨਾਲ। ਜੇ ਸਾਡੀ ਓਵਰਆਲ 55,000 ਕਰੋੜ ਦੀ ਟ੍ਰੇਡ ਹੈ ਇੰਡੀਆ, 55 ਲੱਖ ਕਰੋੜ ਦੀ ਜਿਹੜੀ ਟ੍ਰੇਡ ਹੈ ਇੰਡੀਆ ਦੀ ਇਹਨਾਂ ਦੋਨਾਂ ਕੰਟਰੀਜ਼ ਦੇ ਨਾਲ ਅਪਰੋਕਸੀਮੇਟਲੀ ਕੋਈ 87,000 ਕਰੋੜ ਦੀ ਸਾਡੀ ਜਿਹੜੀ ਹੈ ਉਹ ਟ੍ਰਾਂਜੈਕਸ਼ਨ ਹੈ। ਰੂਸ ਦੇ ਵੱਲੋਂ ਕੀਤੇ ਹਮਲੇ ਤੋਂ ਬਾਅਦ ਯੂਕਰੇਨ ਦੇ ਵਿੱਚ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ। ਅਜਿਹੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਨੇ ਤੇ ਇਹਨਾਂ ਦੇ ਵਿੱਚੋਂ ਕਾਫੀ ਵਿਦਿਆਰਥੀ ਪੰਜਾਬ ਦੇ ਨਾਲ ਵੀ ਸੰਬੰਧਿਤ ਨੇ ਤੇ ਹਾਲ ਹੀ ਦੇ ਵਿੱਚ ਇੱਕ ਵਿਦਿਆਰਥੀ ਜੋ ਕਿ MBBS ਕਰ ਰਿਹਾ ਲਵਿਸ਼ ਨੇ ਵੀ ਯੂਕਰੇਨ ਤੋਂ ਘਰ ਵਾਪਸੀ ਕੀਤੀ ਹੈ ਤੇ ਉੱਥੇ ਦੇ ਹਾਲਾਤਾਂ ਤੋਂ ਵੀ ਜਾਣੂ ਕਰਵਾਇਆ। मैं खारकिव यूक्रेन से आई हूँ। 22 की फ़्लाइट थी और वहाँ सिचुएशन जब तक मैं थी वहाँ तब तक तो बिल्कुल ठीक थी, बट जिस दिन मेरी फ़्लाइट लैंड हुई है उसके अगले दिन से वहाँ सिचुएशन काफ़ी पैनिक वाली हो गई है। काफ़ी ब्लास्ट हो रहे हैं वहाँ, बॉम्ब ब्लास्ट, बॉम्बार्डिंग हो रही है और शेलिंग काफ़ी है वहाँ पर। अच्छा, अगर बात करें जिन लोगों की आज के दिन फ्लाइट थी या फिर कल फ्लाइट थी, तो वो उनको किस तरह क्या वहाँ पर दोबारा वापस उनकी कैंसिल हो चुकी है फ्लाइट्स? जी क्योंकि वहाँ जो कीव में एयरपोर्ट है वो सील हो चुका है, वो वहाँ पर काफ़ी अटैक हुआ है, इसलिए वहाँ फ़्लाइट्स लैंड नहीं हो रही, तो फिर वो स्टूडेंट्स वापस अभी नहीं आ सकते। इंडियन गवर्नमेंट ही उन्हें वापस लेके आ सकती है। सर, जब तक बच्चे हमारे घर पे नहीं आए थे हम तो बहुत डर के माहौल में थे और हमें यही टेंशन थी कि हमारे बच्चे कैसे होंगे। वहाँ पे इतना युद्ध का माहौल है, हम न्यूज़ चैनल वगैरह देख रहे थे, न्यूज़ चैनल के थ्रू हमें पता चल रहा था कि हमारे बच्चे बहुत ज़्यादा डेंजर में हैं और हमें बहुत ज़्यादा पैनिक हो रहा था, सभी डरे हुए थे घर वाले। जिस तरह बचाया कितनी महंगी टिकट आपको प्रोवाइड हुई है? हाँ जी, टिकट्स के रेट तो 3 गुना ज़्यादा हो गए थे, मतलब बहुत ज़्यादा महंगी हो गई थी, 1 लाख के करीब हो गई थी। बट हमने जैसे भी अरेंज करके अपने बच्चों को एक बार सेफली घर पे बुलवा लिया है। जो भी है टिकट से रेट के ने बहुत ज़्यादा दिक्कत की है पेरेंट्स के लिए। ਤੇ ਖਬਰ ਖੰਨਾ ਤੋਂ ਹੈ ਜਿੱਥੇ ਕਿ ਝਾਰਖੰਡ ਦਾ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਅਫੀਮ ਸਪਲਾਈ ਕਰਨ ਦਾ ਧੰਦਾ ਕਰਦਾ ਸੀ, ਜਿਸ ਨੂੰ ਕਿ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। ਸੁਖੰਨਾ ਪੁਲਿਸ ਨੇ ਝਾਰਖੰਡ ਤੋਂ ਅਫੀਮ ਪੰਜਾਬ ਦੇ ਅੰਦਰ ਸਪਲਾਈ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਤੋਂ ਕਿ 4 ਕਿਲੋ ਅਫੀਮ ਵੀ ਬਰਾਮਦ ਕੀਤੀ ਗਈ। ਸੋ ਦੱਸਦੀ ਕਿ ਪੁਲਿਸ ਨੇ ਪ੍ਰੇਮੀ ਪ੍ਰੇਮਿਕਾ ਤੋਂ ਇਲਾਵਾ ਉਹਨਾਂ ਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਇਸ ਦੌਰਾਨ DSP ਨੇ ਦੱਸਿਆ ਕਿ ਇਹ ਗਿਰੋਹ ਕਰੀਬ 2 ਸਾਲਾਂ ਤੋਂ ਅਫੀਮ ਦੀ ਸਪਲਾਈ ਕਰਦਾ ਸੀ ਤੇ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਪੁਲਿਸ ਦੇ ਵੱਲੋਂ ਜਿੱਥੇ ਤਾਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਉੱਥੇ ਹੀ 2 ਦਿਨਾਂ ਦੀ ਰਿਮਾਂਡ ਵੀ ਹਾਸਲ ਕਰ ਲਈ ਗਈ ਹੈ ਤੇ ਇਸ ਦੌਰਾਨ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਜਿਹੜਾ ਆਪਣਾ ਇਲੈਕਸ਼ਨਾਂ ਨੂੰ ਜਿਹੜਾ ਸ਼ਾਂਤੀਪੂਰਵਕ ਕਰਾਉਣ ਤੋਂ ਬਾਅਦ SSP ਸਾਹਿਬ ਖੰਨਾ ਦੀ ਹਦਾਇਤਾਂ ਮੁਤਾਬਕ ਜਿਹੜੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਜਾਰੀ ਸੀ, ਉਸ ਤਹਿਤ SHO ਸਦਰ ਸਬ ਇੰਸਪੈਕਟਰ ਜਗਜੀਤ ਸਿੰਘ ਅਤੇ CA ਇੰਚਾਰਜ ਗੁਰਮੀਤ ਸਿੰਘ ਹੋਣਾ ਨੇ ਮੰਡਿਆਲਾ ਕਲਾਂ ਮੇਨ ਰੋਡ ਤੇ ਨਾਕਾ ਲਾਇਆ ਸੀਗਾ। ਉਸ ਨਾਕੇ ਤੇ ਉਹਨਾਂ ਨੂੰ ਇੱਕ ਝਾਰਖੰਡ ਨੰਬਰ ਦੀ ਕਾਰ ਆਈ ਦਿਖਾਈ ਦਿੱਤੀ, ਜਿਸ ਨੂੰ ਰੋਕਿਆ ਗਿਆ। ਚੈਕਿੰਗ ਦੌਰਾਨ ਉਸ ਕਾਰ 'ਚ ਸਾਨੂੰ NDPS ਬਰਾਮਦ ਹੋਇਆ। ਅਸੀਂ 3 ਦੋਸ਼ੀਆਂ ਦੇ ਖਿਲਾਫ, ਇੱਕ ਸੋਨੂ, ਇੱਕ ਸ਼ਿਵ ਕੁਮਾਰ, ਇੱਕ ਰਿੰਕੀ ਕੁਮਾਰੀ, ਜੋ 2 ਝਾਰਖੰਡ ਦੇ ਤੇ ਇੱਕ ਬਿਹਾਰ ਦਾ ਰਹਿਣ ਵਾਲਾ ਹੈ, ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 31 ਅੰਡਰ ਸੈਕਸ਼ਨ 18 ਦਰਜ ਕੀਤਾ ਗਿਆ ਤੇ 4 ਕਿਲੋ ਦੇ ਕਰੀਬ ਜਿਹੜੀ ਆ ਅਫੀਮ ਉਹਨਾਂ ਕੋਲ ਰਿਕਵਰ ਹੋਈ ਹੈ। ਇਹਨਾਂ ਦਾ ਬੈਕਵਰਡ ਲਿੰਕ ਤੇ ਜਿਹੜਾ ਫਾਰਵਰਡ ਲਿੰਕ ਆ ਉਹ ਅਸੀਂ ਐਸਟੈਬਲਿਸ਼ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਏ ਤੇ ਕਿੱਥੇ ਜਾਣੀ ਸੀ। ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੇ ਇਹਨਾਂ ਦਾ ਪੁਲਿਸ ਹਾਸਲ ਕੀਤਾ ਗਿਆ। ਇਹ ਤੋਂ ਹੋਰ ਵੀ ਜਿਹੜੇ ਅੱਗੇ ਇਨਕਸ਼ਾਫ ਹੋਣ ਦੀ ਉਮੀਦ ਹੈ। ਨਸ਼ਾ ਵਿਰੋਧੀ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ। ਦੱਸਦੇ ਕਿ ਪੁਲਿਸ ਨੇ ਨਿਊ ਕ੍ਰਿਸ਼ਨਾ ਕਲੋਨੀ ਨੇੜੇ 1 ਕਿਲੋ 540 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਲਿਆ। ਸੋ ਦੱਸਦੀ ਕਿ ਇਹ ਮੁਲਜ਼ਮ ਪਿਛਲੇ 2-3 ਸਾਲਾਂ ਤੋਂ ਹੈਰੋਇਨ ਦੀ ਸਪਲਾਈ ਕਰਨ ਦਾ ਧੰਦਾ ਕਰਦਾ ਸੀ ਤੇ ਹੁਣ ਵੀ ਇਹ ਮੁਲਜ਼ਮ ਹੈਰੋਇਨ ਦੀ ਸਪਲਾਈ ਕਰਨ ਜਾ ਰਿਹਾ ਸੀ, ਜਿਸ ਨੂੰ ਕਿ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕਰ ਲਿਆ ਗਿਆ ਤੇ ਇਸ ਮੁਲਜ਼ਮ ਦੀ ਪਛਾਣ 27 ਸਾਲਾ ਬਲਵਿੰਦਰ ਸਿੰਘ ਦੇ ਵਜੋਂ ਹੋਈ ਹੈ। ਕੱਲ ਮੈਂ ਸਮੇਤ ਮੇਰੀ ਪੁਲਿਸ ਪਾਰਟੀ ਦੇ ਨਿਊ ਕ੍ਰਿਸ਼ਨਾ ਕਲੋਨੀ ਨੇੜੇ ਟਰਾਂਸਪੋਰਟ ਨਗਰ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਹਾਜ਼ਰ ਸੀ, ਜਿੱਥੇ ਮੈਨੂੰ ਮੇਰੇ ਮੁਖਬਰ ਖਾਸ ਨੇ ਇੱਕ ਬਹੁਤ ਭਰੋਸੇਯੋਗ ਸੂਚਨਾ ਦਿੱਤੀ ਕਿ ਇੱਕ ਆਰੋਪੀ ਬਲਵਿੰਦਰ ਸਿੰਘ ਉਰਫ ਵੀਰੂ, ਜੋ ਪਾਣੀਪਤ ਹਰਿਆਣਾ ਦਾ ਰਹਿਣ ਵਾਲਾ ਅਤੇ ਹੁਣ ਨਿਊ ਜਨਤਾ ਨਗਰ ਸ਼ਿਮਲਾਪੁਰੀ ਲੁਧਿਆਣਾ ਵਿਖੇ ਰਹਿ ਰਿਹਾ ਹੈ, ਉਸ ਨੇ ਥੋੜ੍ਹੀ ਦੇਰ ਦੇ ਵਿੱਚ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਜੂਮ ਹੋਟਲ ਵੱਲੋਂ ਹੋ ਕੇ ਘੋੜਾ ਕਲੋਨੀ ਨੇੜੇ ਟਰਾਂਸਪੋਰਟ ਨਗਰ ਲੁਧਿਆਣਾ ਵਿਖੇ ਆਉਣਾ। ਅਗਰ ਉੱਥੇ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ,
ਜਦੋਂ ਸਾਡੀ ਪੁਲਿਸ ਪਾਰਟੀ ਨੇ ਨੇੜੇ ਜੂਮ ਹੋਟਲ ਆਰਕੇ ਰੋਡ ਏਰੀਆ ਥਾਣਾ ਮੋਤੀ ਨਗਰ ਵਿਖੇ ਨਾਕਾਬੰਦੀ ਕੀਤੀ ਤਾਂ ਦੌਰਾਨੇ ਨਾਕਾਬੰਦੀ ਆਰੋਪੀ ਬਲਵਿੰਦਰ ਸਿੰਘ ਉਰਫ ਵੀਰੂ ਨੂੰ ਸਮੇਤ ਮੋਟਰਸਾਈਕਲ ਤੇ ਕਾਬੂ ਕਰਕੇ ਜਦੋਂ ਮਾਨਯੋਗ ਡੀਐਸਪੀ ਸਾਹਿਬ ਜੀ ਨੂੰ ਮੌਕਾ ਤੇ ਬੁਲਾ ਕੇ ਉਹਨਾਂ ਦੀ ਹਾਜ਼ਰੀ ਵਿੱਚ ਇਸ ਦੀ ਤਲਾਸ਼ੀ ਕੀਤੀ ਤਾਂ ਆਰੋਪੀ ਦੇ ਪਿੱਠੂ ਬੈਗ ਦੇ ਵਿੱਚੋਂ ਲੁਕਾਈ 1 ਕਿਲੋ 540 ਗ੍ਰਾਮ ਹੈਰੋਇਨ ਬਰਾਮਦ ਹੋਈ। ਆਰੋਪੀ ਦੇ ਬਰਖਲਾਫ ਮੁਕੱਦਮਾ ਨੰਬਰ 36 ਥਾਣਾ STF ਮੋਹਾਲੀ NDPS ਐਕਟ ਦੇ ਅਧੀਨ ਦਰਜ ਕਰਵਾਇਆ ਅਤੇ ਆਰੋਪੀ ਨੂੰ ਅੱਜ ਪੇਸ਼ ਅਦਾਲਤ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਸੀਏ ਦੇ ਵੱਲੋਂ ਇਨਕਮ ਟੈਕਸ ਤੇ GST ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਕਾਨੂੰਨਾਂ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਸਬੰਧ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਕੀ ਸੈਂਟਰਲ ਕਾਉਂਸਲ ਮੈਂਬਰ CA ਸੰਜੀਵ ਕੁਮਾਰ ਅਗਰਵਾਲ ਵੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਤੇ ਇਸ ਦੌਰਾਨ ਉਹਨਾਂ ਲੋਕਾਂ ਨੂੰ ਚੈਰੀਟੇਬਲ ਟਰਸਟ ਤੋਂ ਵੀ ਜਾਣੂ ਕਰਵਾਇਆ ਤੇ ਟਰਸਟ ਦੇ ਕਾਨੂੰਨਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਹੈ। मैं संजय कुमार अग्रवाल, मैं इंस्टीट्यूट का काउंसिल मैंबर हाँ तो चार्टर्ड अकाउंटेंट प्रोफैशन तो हाँ तो न्यूली इलैक्टेड मैंबर है। ਅਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਕਰਾਇਆ ਜਾ ਰਿਹਾ ਕੀ ਲੋਕਾਂ ਨੂੰ ਦੱਸਿਆ ਜਾ ਰਿਹਾ ਇਨਕਮ ਟੈਕਸ ਦੇ ਬਾਰੇ? देखो जी ये ਅਸੀਂ ਦੱਸ ਰਹੇ ਹਾਂ ਜਿਹੜੇ ਚੈਰੀਟੇਬਲ ਟਰਸਟ ਦੇ ਪ੍ਰੋਵੀਜ਼ਨਸ ਹੈਗੇ ਉਹ ਨਵੇਂ ਕਿਹੜੇ ਆਏ ਹੈ, ਪੁਰਾਣੇ ਵਾਲੇ ਨਵੇਂ ਦੇ ਨਾਲ ਕਿਸ ਤਰ੍ਹਾਂ ਫਰਕ ਹੈ ਤੇ ਸਾਰੇ ਦੇ ਸਾਰੇ ਚੈਰੀਟੇਬਲ ਟਰਸਟ 'ਚ ਕਿਸ ਤਰ੍ਹਾਂ ਦੇ ਪ੍ਰੋਵੀਜ਼ਨਸ ਹੈਗੇ ਤੇ ਉਹਨਾਂ ਦੇ ਕੁਐਸਚਨ। ਤੇ ਸਰ ਕੀ ਸਮਝਾਇਆ ਜਾ ਰਿਹਾ ਲੋਕਾਂ ਨੂੰ, ਜਿੱਦਾਂ ਅੱਜ ਕੱਲ੍ਹ ਟੈਕਸ ਵੀ ਬਹੁਤ ਚੋਰੀ ਹੁੰਦਾ ਹੈ, ਲੋਕੀ ਕਾਫੀ ਜਾਣਕਾਰੀ ਨਹੀਂ ਹੁੰਦੀ ਲੋਕਾਂ ਨੂੰ, ਉਹਦੇ ਵਿੱਚ ਕੀ ਲੋਕਾਂ ਨੂੰ ਜਾਣਕਾਰੀ ਦੱਸੀ ਜਾ ਰਹੀ ਹੈ? ਅਸੀਂ ਇਹਦੇ 'ਚ ਦੱਸ ਰਹੇ ਹਾਂ ਕਿ ਕਿੱਥੇ ਕਿੱਥੇ ਗਲਤੀ ਕਰਦੇ ਹੈ ਤੇ ਤਾਂ ਕਿ ਗਲਤੀ ਕਰਕੇ ਟੈਕਸ ਲੱਗ ਜਾਂਦਾ ਹੈ, ਉਹ ਗਲਤੀਆਂ ਦੱਸ ਰਹੇ ਹਾਂ ਅਸੀਂ। ਚੋਰੀ ਦਾ ਇਹਦੇ 'ਚ ਕਿਉਂਕਿ ਇਹ ਚੈਰੀਟੇਬਲ ਟਰਸਟ ਹੈ, ਚੋਰੀ ਦਾ ਇੱਥੇ ਕੋਈ ਨਹੀਂ ਸਿਖਾ ਰਹੇ, ਅਸੀਂ ਦੱਸ ਰਹੇ ਕਿਤੇ ਗਲਤ ਹੋ ਜਾਏ ਤੇ ਤੁਹਾਨੂੰ ਟੈਕਸ ਪੈ ਸਕਦਾ। ਮੇਰਾ ਨਾਮ ਰਾਜੇਸ਼ ਕਪੂਰ, ਮੈਂ ਚੇਅਰਮੈਨ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਲੁਧਿਆਣਾ ਬ੍ਰਾਂਚ ਦਾ ਹਾਂ। ਹਾਂਜੀ, ਅੱਜ ਦਾ ਅਸੀਂ ਸੈਮੀਨਾਰ ਕਰਾਇਆ ਹੈ CA ਡਾਕਟਰ ਗਰੀਸ਼ ਊਜਾ ਜੀ, ਜੋ ਕਿ ਸਾਡੇ ਇਨਕਮ ਟੈਕਸ ਦੇ ਗੁਰੂ ਮੰਨੇ ਜਾਂਦੇ ਨੇ। ਟਰਸਟ ਤੇ ਹੋਰ ਲੇਟੈਸਟ ਇਨਕਮ ਟੈਕਸ ਇਸ਼ੂਜ਼ 'ਤੇ ਸੈਮੀਨਾਰ ਕਰਦੇ ਪਏ ਨੇ ਤੇ ਇਹਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਪਾਸਟ ਪ੍ਰੈਜ਼ੀਡੈਂਟ ਰਹੇ ਨੇ ਬ੍ਰਾਂਚ ਦੇ ਪਿਛਲੇ 15 ਸਾਲਾਂ ਤੋਂ ਉਹਨਾਂ ਨੂੰ ਆਨਰ ਕਰਾਂਗੇ। ਸਾਡੇ ਦਿੱਲੀ ਤੋਂ ਸੈਂਟਰ ਕਾਉਂਸਲ ਦੇ ਮੈਂਬਰ ਆਏ ਹੋਏ ਨੇ, CA ਸੰਜੇ ਅਗਰਵਾਲ ਜੀ, ਸਾਡੇ NIRC ਚੇਅਰਮੈਨ CA ਅਵਿਨਾਸ਼ ਗੁਪਤਾ ਜੀ ਨੇ, CA ਚੰਦੂ ਸਿੰਘ ਨੰਦਾ ਜੀ ਆਏ ਹੋਏ ਨੇ। ਅਸੀਂ ਉਹਨਾਂ ਨੂੰ ਵੀ ਫੈਲਿਸੀਟੇਟ ਕਰਨ ਵਾਸਤੇ ਅੱਜ ਦਾ ਪ੍ਰੋਗਰਾਮ ਰੱਖਿਆ ਹੈਗਾ ਤੇ ਮੈਂਬਰ ਕਾਫੀ ਅੱਛੀ ਮਾਤਰਾ ਵਿੱਚ ਆਏ ਨੇ ਜੀ ਅਤੇ ਸਾਡਾ ਸੈਮੀਨਾਰ ਬਹੁਤ ਵਧੀਆ ਚੱਲਦਾ ਪਿਆ ਹੈਗਾ। ਤਾਂ ਕੀ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾ ਰਿਹਾ, ਕੀ ਮੇਨ ਮੈਸੇਜ ਕੀ ਹੈ ਤੁਹਾਡਾ? ਅਸੀਂ ਆਪਣੇ CA ਭਰਾਵਾਂ ਵਾਸਤੇ ਸੈਮੀਨਾਰ ਕੀਤਾ ਹੈਗਾ ਕਿ ਜੋ ਕਿ ਇਨਕਮ ਟੈਕਸ ਦੀ ਲੇਟੈਸਟ ਚੇਂਜਿਸ ਹੋਈਆਂ ਨੇ ਬਜਟ ਵਿੱਚ, ਟਰਸਟ ਵਿੱਚ ਤੇ ਹੋਰ ਇਨਕਮ ਟੈਕਸ ਦੀ ਚੇਂਜਿਸ ਹੋਈਆਂ ਨੇ, ਉਹਨਾਂ ਨੂੰ ਇਸ ਬਾਰੇ ਗਿਆਨ ਕਰਾਉਣ ਵਾਸਤੇ ਅੱਜ ਦਾ ਸੈਮੀਨਾਰ ਕਰਾਇਆ ਜਾ ਰਿਹਾ ਹੈ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਰੂਸ ਤੇ ਯੂਕਰੇਨ ਜੰਗ ਦਾ ਭਾਰਤ ਤੇ ਅਸਰ, ਮਹਿੰਗਾਈ ਵਧਣ ਤੇ ਕਾਰੋਬਾਰ ਪ੍ਰਭਾਵਿਤ ਹੋਣ ਦਾ ਖਦਸ਼ਾ। ਲੁਧਿਆਣਾ ਦੇ DC ਵਰਿੰਦਰ ਕੁਮਾਰ ਸ਼ਰਮਾ ਦੇ ਵੱਲੋਂ ਹੈਲਪਲਾਈਨ ਨੰਬਰ ਜਾਰੀ। ਰੂਸ ਤੇ ਯੂਕਰੇਨ ਜੰਗ ਦੇ ਕਾਰਨ ਹਾਲਾਤ ਗੰਭੀਰ, ਮੁਸ਼ਕਿਲ ਹਾਲਾਤਾਂ ਚੋਂ ਲੰਘ ਰਹੇ ਨੇ ਵਿਦਿਆਰਥੀਆਂ ਨੇ ਸੁਣਾਈ ਹੱਡਬੀਤੀ, ਕੇਂਦਰ ਸਰਕਾਰ ਨੂੰ ਕੀਤੀ ਅਪੀਲ, ਕਿਹਾ ਭਾਰਤੀਆਂ ਨੂੰ ਸੁਰੱਖਿਅਤ ਲਿਆਂਦਾ ਜਾਵੇ ਵਾਪਸ। ਖੰਨਾ 'ਚ ਪ੍ਰੇਮੀ ਪ੍ਰੇਮਿਕਾ ਅਫੀਮ ਸਪਲਾਈ ਕਰਦੇ ਕਾਬੂ, ਪੁਲਿਸ ਦੇ ਵੱਲੋਂ ਗਿਰੋਹ ਦੇ 3 ਮੈਂਬਰਾਂ ਨੂੰ ਕੀਤਾ ਗਿਆ ਗ੍ਰਿਫਤਾਰ। ਝਾਰਖੰਡ ਤੋਂ ਪੰਜਾਬ ਅਫੀਮ ਲਿਆ ਕੇ ਕਰਦੇ ਸੀ ਸਪਲਾਈ, 4 ਕਿਲੋ ਅਫੀਮ ਵੀ ਕੀਤੀ ਗਈ ਬਰਾਮਦ। ਨਸ਼ਿਆਂ ਖਿਲਾਫ ਪੁਲਿਸ ਦੀ ਮੁਹਿੰਮ ਜਾਰੀ, 1 ਕਿਲੋ 540 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ, ਪਿਛਲੇ 2-3 ਸਾਲਾਂ ਤੋਂ ਕਰਦਾ ਸੀ ਹੈਰੋਇਨ ਦੀ ਸਪਲਾਈ। ਫਿਲਹਾਲ ਲੁਧਿਆਣਾ ਖਬਰਨਾਮਾ ਚ ਨਹੀਂ, ਮੈਨੂੰ ਦਿਓ ਇਜਾਜ਼ਤ, ਧੰਨਵਾਦ।